ਪ੍ਰੈਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਹਾਡੇ ਸਾਰਿਆਂ ਤੋਂ ਮਾफ़ी ਮੰਗਣਾ ਚਾਹੁੰਦੇ ਆ। ਜਿਹੜਾ ਇੱਥੇ ਪ੍ਰੈਸ ਵਾਲਿਆਂ ਨਾਲ ਕੋਈ ਬਦਸਲੂਕੀ ਹੋਈ ਆ, ਅਸੀਂ ਪ੍ਰੈਸ ਦੇ ਵਿੱਚ ਵੀ ਸਾਰੇ ਜਥੇਬੰਦੀਆਂ ਵੱਲੋਂ ਅਸੀਂ ਮਾफ़ी ਮੰਗਦੇ ਆ ਵੀ ਜਿਹਨੇ ਵੀ ਉਹ ਗਲਤੀ ਕੀਤੀ ਉਹਦੀ ਨਿੰਦਾ ਕਰਦੇ ਆ ਤੇ ਅੱਗੇ ਤੋਂ ਇਹੋ ਜਿਹਾ ਕੁਝ ਨਾ ਹੋਵੇ। ਇਹਦਾ ਅਸੀਂ ਪ੍ਰਬੰਧ ਕਰਕੇ ਰੱਖਾਂਗੇ ਪੂਰੇ ਇਕੱਠ ਦੇ ਵਿੱਚ ਕਿ ਕਿਸੇ ਵੀ ਪ੍ਰੈਸ ਦੇ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਦੇਸ਼ ਵਿਦੇਸ਼ ਤੱਕ ਪਹੁੰਚਾਇਆ, ਸਾਡੀਆਂ ਗੱਲਾਂ ਤੱਕ ਲੈ ਕੇ ਗਏ ਤੇ ਸਾਥ ਸਾਡਾ ਸੰਘਰਸ਼ ਨੂੰ ਪੂਰਾ ਦਿੱਤਾ, ਉਹਨਾਂ ਦਾ ਰਾਖੀ ਕਰਨੀ ਸਾਡਾ ਫਰਜ਼ ਬਣਦਾ ਤੇ ਜਿਹਨੇ ਵੀ ਇਹ ਸ਼ਰਾਰਤ ਕੀਤੀ ਆ ਉਹਦੀ ਬਹੁਤ ਅਸੀਂ ਨਿੰਦਾ ਕਰਦੇ ਹਾਂ। ਦੂਜਾ ਜਿਹੜਾ ਅੱਜ ਫੈਸਲੇ ਮੀਟਿੰਗ 'ਚ ਹੋਏ ਨੇ ਉਹਨਾਂ ਬਾਰੇ ਅਸੀਂ ਦੱਸ ਰਹੇ ਹਾਂ ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਸਵਾਲ ਜਵਾਬ ਹੋਣਗੇ ਉਹ ਸਾਡੇ ਸਾਥੀ ਤੇ ਹਰਮੀਤ ਸਿੰਘ BK ਜੁਕਾਦੀਆਂ ਪ੍ਰੈਜ਼ੀਡੈਂਟ ਮੈਂ ਹੀ ਸਾਰੇ ਤੁਹਾਨੂੰ ਜਵਾਬ ਦੇਵਾਂਗੇ। 13 ਜਨਵਰੀ ਨੂੰ ਸਾਰੇ ਲੋਹੜੀ ਮਨਾਵਾਂਗੇ ਤੇ 3 ਕਾਨੂੰਨ ਵਿੱਚ ਜਾਲ ਕੇ ਮਨਾਵਾਂਗੇ ਵੀ ਜਿੱਥੇ ਕਾਨੂੰਨ ਵਾਪਸ ਕੀਤੇ ਗਏ ਤਾਂ 3 ਜਨੂਨ ਅਸੀਂ ਲੋਹੜੀ ਤੌਰ ਤੇ ਉਹਨੂੰ ਬਦੀ ਦੀ ਗੱਲ ਦੇਖ ਕੇ ਉਹਨੂੰ ਜਾਲ ਕੇ ਸਾਰੇ ਪੂਰੇ ਭਾਰਤ 'ਚ ਮਨਾਏ ਜਾਣਗੇ। 6 ਤੋਂ ਲੈ ਕੇ 20 ਤੱਕ ਪੰਦਰਵਾੜਾ ਮਨਾਇਆ ਜਾਊ ਕਿਸਾਨੀ ਸੰਘਰਸ਼ ਦਾ। ਪੂਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਰੂਪ ਦੇ ਵਿੱਚ ਰੈਲੀ ਜਾਂ ਮੰਗ ਪੱਤਰ ਜਾਂ ਧਰਨੇ ਜਾਂ ਉਹਦਾ ਕੋਈ ਵੀ ਤਰ੍ਹਾਂ ਦਾ ਵਿਰੋਧ ਕਰਨਾ ਵੀ ਕਾਲੇ ਕਾਨੂੰਨ ਨੂੰ ਮਾਫ ਕੀਤਾ ਜਾਵੇ, ਭਲਾ ਬੋਰਡ ਲੱਗੇ ਹੁਣ ਭਲਾ ਚੌਂਕ 'ਚ ਕਿਸੇ ਤਰ੍ਹਾਂ ਦਾ ਵੀ ਸੰਘਰਸ਼ ਦੇ ਰੂਪ ਦੇ ਵਿੱਚ ਉਹ ਸਾਰਾ 15ਵਾਂ ਦਿਹਾੜਾ ਅਸੀਂ ਕਿਸਾਨੀ ਦੇ ਨਾਂ ਤੇ ਪੂਰੇ ਦੇਸ਼ 'ਚ ਮਨਾਇਆ ਜਾਊਗਾ। 18 ਤਰੀਕ ਸਾਰੇ ਦੇਸ਼ ਦੇ ਵਿੱਚ ਔਰਤ ਕਿਸਾਨ ਦਿਵਸ ਦੇ ਤੌਰ ਤੇ ਅਸੀਂ ਮਨਾਵਾਂਗੇ, ਇੱਥੋਂ ਸਟੇਜ ਤੋਂ ਵੀ ਮਨਾਵਾਂਗੇ ਤੇ ਬਾਕੀ ਸਾਰੇ ਦੇਸ਼ ਜਿੱਥੇ ਜਿੱਥੇ ਸਾਡੇ ਕਿਸਾਨ ਵੀਰ ਮਨਾਉਣਗੇ ਪੂਰੇ ਦੇਸ਼ 'ਚ ਮਨਾਇਆ ਜਾਊਗਾ। 23 ਤਰੀਕ ਨੂੰ ਆਜ਼ਾਦ ਹਿੰਦ ਕਿਸਾਨ ਦਿਵਸ ਮਨਾਇਆ ਜਾਊਗਾ। ਇਸ ਤੋਂ ਇਲਾਵਾ ਜਿਹੜੇ ਅਸੀਂ ਨਿੰਦਾ ਕਰਦੇ ਹਾਂ ਅੱਜ ਜਿਹੜੇ ਸੰਗਰੂਰ ਦੇ ਵਿੱਚ ਲਾਠੀਚਾਰਜ ਸਾਡੇ ਵਰਕਰਾਂ ਦੇ ਕੀਤਾ ਗਿਆ ਤੇ ਕਾਫੀ ਸੱਟਾਂ ਵੀ ਲੱਗੀਆਂ ਤੇ ਜਿਹੜੀ ਸਰਕਾਰ ਨੇ ਉਹਨਾਂ ਦੀ ਇਹ ਸਾਜ਼ਿਸ਼ ਕੀਤੀ ਹੈ ਤੇ ਕਿ ਹਸਪਤਾਲ ਵੀ ਗਏ ਨੇ ਤੇ ਸੱਟਾਂ ਕਾਫੀ ਸੀਰੀਅਸ ਵੀ ਨੇ। ਅਸੀਂ ਸਰਕਾਰ ਦੀ ਵੀ ਨਿੰਦਾ ਕਰਦੇ ਹਾਂ ਤੇ ਜਿਹੜੇ BJP ਦੇ ਵਰਕਰ ਉੱਥੇ ਮੀਟਿੰਗਾਂ ਰੈਲੀਆਂ ਕਰਨ ਜਾਂਦੇ ਆ, ਸਾਡਾ ਘਰਾਓ ਦਾ ਅੱਜ ਦਾ ਨਹੀਂ ਪਿਛਲੇ 97 ਦਿਨ ਦਾ ਪ੍ਰੋਗਰਾਮ ਬਣਿਆ ਹੋਇਆ ਵੀ ਜਿੱਥੇ ਵੀ BJP ਜਾ ਕੇ ਆਪਣੀ ਕੋਈ ਮੀਟਿੰਗ ਜਾਂ ਰੈਲੀ ਕਰੂਗੀ ਉਹਦਾ ਅਸੀਂ ਵਿਰੋਧ ਕਰਾਂਗੇ ਜਦ ਤੱਕ ਇਹ ਕਾਲੇ ਕਾਨੂੰਨ ਨਹੀਂ ਵਾਪਸ ਲਿੱਤੇ ਜਾਂਦੇ। ਉਹਦੇ ਮਾਤਮੀ ਉਹ ਗਏ ਕਿਸਾਨ ਵੀਰ ਗਏ ਸੀ ਤੇ ਮੁੱਢੋਂ ਲਾਠੀਚਾਰਜ ਕੀਤੇ ਗਏ, ਸੰਗਰੂਰ 'ਚ ਨਿੰਦਾ ਕਰਦੇ ਆ। ਹੁਸ਼ਿਆਰਪੁਰ ਦੇ ਵਿੱਚ ਇੱਕ BJP ਦੇ ਨਿੰਦਾ ਕਰਨ ਦੇ ਤੌਰ ਤੇ ਇੱਕ ਗੋਹੀ ਟਾਲੀ ਲਾਈ ਗਈ ਸੀ, ਉਹ ਵੀਰ ਦੇ ਉਲਟ 307 ਦਾ ਪਰਚਾ ਪਾਇਆ ਗਿਆ, ਜਿਹੜੀ ਅਸੀਂ ਇੱਥੋਂ ਫੈਸਲਾ ਕੀਤਾ ਵੀ ਉਹਦਾ ਨਿੰਦਾ ਕਰਦੇ ਆ ਵੀ ਇੱਕ ਤੇ ਗੋਹਾ ਸਿੱਟਣ ਤੇ 307 ਦੇ ਪਰਚੇ ਪਾਉਣੇ, ਨਜਾਇਜ਼ ਪਰਚੇ ਪਾਉਣੇ ਬਹੁਤ ਗਲਤ ਨੇ। ਤੇ BJP ਦਾ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਵੇਂ ਵਿਰੋਧ ਚੱਲ ਰਿਹਾ ਸਾਰੇ ਲੀਡਰਾਂ ਦਾ ਵਿਰੋਧ ਜਾਰੀ ਰਹੂਗਾ। ਕੱਲ ਦੀ ਮੀਟਿੰਗ ਤੇ ਸਾਡੀ ਗੌਰ ਆ ਵੀ ਸਰਕਾਰ ਕਿਹੜੇ ਹਿਸਾਬ ਨਾਲ ਲੈਂਦੀ ਹੈ, ਉਹਦੀ ਅੱਜ ਅਸੀਂ ਬੁਲਾਰੇ ਨਿਯੁਕਤ ਕਰ ਚੁੱਕੇ ਹਾਂ ਤੇ ਸਾਡੀ ਸਾਰੀ ਤਿਆਰੀ ਆ। ਆਪ ਦੇ ਜਿਹੜੇ 3 ਕਾਨੂੰਨ ਤੇ MSP ਨੂੰ ਨਵਾਂ ਕਾਨੂੰਨ ਬਣਾਉਣਾ, ਇਹ 2 ਮੁੱਦੇ ਆਪਣੇ ਮੇਨ ਉੱਥੇ ਰਹਿ ਗਏ ਆ ਵੀ 3 ਕਾਨੂੰਨਾਂ ਨੂੰ ਵਾਪਸ ਲੈਣਾ ਤੇ ਕਿਵੇਂ ਲਿੱਤਾ ਜਾਊਗਾ ਤੇ ਜਾਂ MSP ਦੇ ਉੱਤੇ ਕਾਨੂੰਨ ਕਿਵੇਂ ਬਣਾਏ ਜਾਣਗੇ। ਤੇ ਬਾਕੀ ਨੂੰ ਤੁਸੀਂ ਕੁਐਸਚਨਿੰਗ ਕਰ ਸਕਦੇ ਹੋ, ਤੁਹਾਡੇ कोई क्वेश्चन जी सर। मैं आपको बताना चाहता हूँ, थोड़ा हिंदी में बोल देते हैं जो हिंदी चैनल वाले हैं और पूरे राष्ट्र में जाना चाहिए। 13 तारीख को जो कृषि कानून है उनकी कापियां जलाकर लोहड़ी का जो त्योहार है उसको मनाया जाएगा और 6 से 20 तारीख तक अलग अलग तरीके से जैसे भी लोग चाहें पूरे भारत में वो किसानों के पक्ष में, इस आंदोलन के पक्ष में धरना करें, मार्च करें, ट्रैक्टर से फ्लैक्स लगाएं। ये पंदरवाड़ा जो मनाया जाएगा तो ये 6 से 20 तक होगा। उसके अलावा 23 तारीख को जो सुभाष चंद्र जी का दिवस आ रहा है उस दिन किसान दिवस मनाया जाएगा। पहले आजाद हिंद के नाम पे मनाया जाता था और अब आजाद हिंद किसान दिवस के नाम पे मनाया जाएगा। और उसके अलावा जो आज लाठीचार्ज किया है संगरूर में, एक BJP के नेता का घेराव करने गए थे कुछ किसान, उन पे लाठीचार्ज किया पंजाब सरकार ने, उसकी सख्त निंदा करते हैं और आपके जरिए हम उनको जो पंजाब सरकार है उसको अवगत कराते हैं कि अगर आपने ये लाठीचार्ज ना बंद किया, जो ज्यादतियां ना बंद की,
तो वहां भी मोर्चे उनके खिलाफ खुलेंगे, उनको चेतावनी देते हैं आपके जरिए से। इसी तरह होशियारपुर में जो तीक्ष्ण सूद वहां से साबका कैबिनेट मिनिस्टर हैं, उन्होंने निंदा की थी किसानों की और बोला था कि दिल्ली में पिकनिक मनाने गए हैं तो लड़कों को उकसाया था, तो उन लड़कों ने वहां जाके गोबर की ट्रॉली उतार दी उनके गेट के आगे। तो देखिए कितना ये सरकारें हो, चाहे कांग्रेस की सरकार हो चाहे वो बीजेपी की सरकार हो, तो किसान के साथ कैसे करते हैं, ये कह सकते हैं कि लोकतंत्र को खत्म कर रहे हैं, संविधान तौर पे गलत कर रहे हैं। तो उनके ऊपर 452 का पर्चा और 307 का पर्चा, ये दोनों ही पर्चे तब होते हैं अगर कोई फौजदारी हो तो, कोई झगड़ा हो तो ये क्रिमिनल एक्ट है। उन्होंने कोई क्राइम नहीं किया, केवल गोबर की ट्रॉली दी है और वो गोबर की ट्रॉली के नाम पर उनके ऊपर पर्चे किए गए। और हम आपके माध्यम से ये भी बताएंगे, कल वहां बड़ी संख्या में जो आसपास के संगठन है वो उनके जो सेक्रेटरीट है, जो हेडक्वार्टर है, वहां धरना कर रहे हैं और सरकार को चेतावनी दे रहे हैं कि इन सभी पर्चों को कैंसिल करें। और जो भद्दी शब्दावली उन्होंने इस्तेमाल किया है, जो साबका कैबिनेट मिनिस्टर तीक्ष्ण सूद है, वो मीडिया में भी है, उनके ऊपर पर्चा किया जाए क्योंकि बहुत भद्दी शब्दावली उन्होंने वहां बोली है। तो ये सारी बातें आपको मैं अपने माध्यम से बताना चाहता था। और उसके आगे मैं अपने साथी बोलूंगा, हर्षेंद्र जी बोलेंगे कुछ। मैं हरसिंदर सिंह दुआबा किसान संघर्ष कमेटी प्रधान यही कहना चाਹੁੰਦਾ कि ਜਿਹੜੇ ਕਿਸਾਨਾਂ ਤੇ ਪਰਚੇ ਨਜਾਇਜ਼ ਕਰ ਰਹੇ ਆ ਉਹਦੇ ਬਾਜ਼ ਆ ਜਾਵੇ ਸਰਕਾਰ, ਪੰਜਾਬ ਸਰਕਾਰ, ਸੈਂਟਰ ਸਰਕਾਰ। ਜੇਕਰ ਇਸ ਤਰ੍ਹਾਂ ਕਰਦੀ ਰਹੀ ਤੇ ਉਹ ਫਿਰ ਤੁਹਾਡੀ ਕੰਟਰੋਲ ਤੋਂ ਬਾਹਰ ਹੋ ਜਾਊਗਾ ਨਾ। ਉਸ ਨੂੰ ਇਸ ਗੱਲ ਤੇ ਬਹੁਤ ਸਖਤ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਕਿ ਬਿਲਕੁਲ ਨਜਾਇਜ਼ ਪਰਚੇ ਕੱਟੇ ਗਏ ਆ। ਇੱਕ ਢੇਰ ਗੋਹੇ ਦਾ ਇੱਕ ਟਰਾਲੀ ਲਾਉਣ ਦੇ ਨਾਲ ਕਿਸੇ ਦਾ ਕਤਲ ਨਹੀਂ ਹੋ ਗਿਆ, ਜਿਹੜਾ ਕਿ 307 ਦਾ ਪਰਚਾ ਕੱਟਿਆ ਗਿਆ। ਇਸ ਕਰਕੇ ਜਿਹੜਾ ਲਾਠੀਚਾਰਜ ਸੰਗਰੂਰ ਚ ਕੀਤਾ ਗਿਆ, ਇਦਾਂ ਦੇ ਕੰਮ ਕਰਨ ਤੋਂ ਬਾਅਦ ਆ ਜਾਵੇ। ਸੰਗਤ ਬਹੁਤ ਦੁਨੀਆ ਮਤਲਬ ਪਰੇਸ਼ਾਨ ਆ, ਕਿਸਾਨ ਇੰਨੇ ਚਿਰਾਂ ਤੋਂ 3 ਮਹੀਨੇ ਹੋ ਗਏ ਆ ਸੰਘਰਸ਼ ਲੜਦਿਆਂ ਨੂੰ, ਪੰਜਾਬ ਵਾਲਿਆਂ ਨੂੰ, ਬਾਕੀ ਨਾਲ ਲੱਗਦੇ ਹੋਏ ਤਾਂ ਆਪਣਾ ਇੱਥੋਂ 1.25 ਮਹੀਨਾ ਇੱਥੇ ਵੀ ਹੋ ਗਿਆ ਬੈਠਿਆਂ ਨੂੰ ਦਿੱਲੀ। ਇਸ ਕਰਕੇ ਕਿ ਇਦਾਂ ਦੇ ਕੰਮ ਸਰਕਾਰਾਂ ਨਾ ਕਰਨ, ਲਾਠੀਚਾਰਜ ਨਾ ਕਰਨ, ਸ਼ਾਂਤਮਈ ਰੱਖਣ, ਇੰਨਾ ਕੁਛ ਕਹਿੰਦਾ ਹੋਇਆ। ਬਾਕੀ ਮੇਰੇ ਭਾਈ ਸਾਹਿਬ मैं अब हरपाल सिंह संघा जी को बोलूंगा कि वो संबोधन करें। प्रधान जी ने बहुत कुछ बता दिया। मैं आजाद किसान कमेटी डोबा की ओर से हरपाल सिंह संघा बोल रहा हूँ। प्रधान जी ने और साडे राज साहब ने बहुत कुछ बता दिया। आज एक और खबर आ रही है कि यूपी में जो शाहजहांपुर से किसान नाका तोड़ के आगे आए थे, एक बार दोबारा पुलिस ने फिर उनके ऊपर लाठीचार्ज कर दिया। अभी अभी की लेट खबर है। हम जहां भी पुलिस ऐसे कर रही है, जहां भी कोई ऐसी बात कर रही है कि क्योंकि किसान जो है शांतमय प्रोटेस्ट कर रहे हैं, किसी जगह भी ऐसा हमारे किसान है जो कोई वायलेंस की बात से बात नहीं कर रहे हैं, पर फिर भी सरकारें उनको उकसा रही है। जो जहां उसको भड़काकर ऐसा न कुछ किया जा सके, हम उन सभी की निंदा करते हैं। तो अभी आपका जो प्रश्नकाल है वो चलेगा। इसके बाद में अपने साथी को ये कहूंगा भी वो कुछ विचार इसके आगे रखे। देखिए, मैं ओंकार सिंह अगौर, जनरल सेक्रेटरी भारतीय किसान यूनियन राजेवाल। आंदोलन का आज 37वां दिन है। जो सरकार है, केंद्र सरकार, वो अपना वतीरा, जो अड़ियल वतीरा है, हटकर्मी बना रही है, उसको ये छोड़ना चाहिए और किसानों की मांगों पर गंभीरता से विचार होना चाहिए। जो हमने 3 कृषि कानून रद्द करने की बात की है, हमारी बात वहीं अड़ी है। और किसान जब तक ये कृषि कानून खत्म नहीं किए जाते वापस नहीं जाएंगे। यही आंदोलन जो है वो बढ़ता जाएगा। किसानों की और गिनती है जो वो इस संघर्ष में शामिल होती जाएगी। और एक अफसोस की बात है, जो किसान शहीद हो रहे हैं उनकी गिनती है जो दिन प्रतिदिन बढ़ती जा रही है। 4 किसान जो आज शहीद हुए, इस तरह ही पहले 60 से ऊपर गिनती है जो हो चुकी है। मैं समझता हूँ कि सरकार को इसका भी संज्ञान लेना चाहिए। और सरकार के मुंह पे मैं समझता हूँ कि चपेट है। जो ऐसे हालात में किसान बैठे हैं, जहाँ ठंड में बैठे हैं, बुजुर्ग हैं,
और सुविधा हमें जो हमारे भाई है वो पूरी दे रहे हैं, लेकिन सरकार है उसको भी इसकी चिंता नहीं है। ये शर्म वाली बात है सरकार के लिए। मैं इतना ही कहूँ। मैं फरमान सिंह संधू, प्रधान भारती किसान यूनियन पंजाब। मैं ਸੰਗਰੂਰ ਦੇ ਵਿੱਚ ਜਿਹੜਾ ਅੱਜ ਲਾਠੀਚਾਰਜ ਭਾਜਪਾਈਆਂ ਨੇ ਕਰਵਾਇਆ ਹੈ ਕਿਸਾਨਾਂ ਤੇ, ਉਹ ਬਹੁਤ ਮੰਦਭਾਗਾ ਸੀ, ਉਹਦੀ ਨਿੰਦਾ ਕਰਦੇ ਆ। ਤੇ ਜਿਹੜਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ, ਇਹਨੇ ਅਡਾਨੀ ਬਾਨੀ ਦੇ ਕਿਸੇ ਵੀ ਨੁਕਸਾਨ ਤੇ 2-3 ਵਾਰ ਬੋਲਿਆ ਹੈ ਤੇ ਸਾਡੇ 60 ਕਿਸਾਨ ਸ਼ਹੀਦ ਹੋ ਚੁੱਕੇ ਨੇ, ਜਿਨ੍ਹਾਂ ਤੇ ਇੱਕ ਵਾਰ ਵੀ ਪ੍ਰਧਾਨ ਮੰਤਰੀ ਨਹੀਂ ਬੋਲਿਆ। ਇਹ ਵੀ ਬਹੁਤ ਮੰਦਭਾਗੀ ਗੱਲ ਆ। ਜੰਗਵੀਰ ਸਿੰਘ ਚੌਹਾਨ, ਪ੍ਰਧਾਨ ਦੁਆਬਾ ਕਿਸਾਨ ਕਮੇਟੀ। ਪਿਛਲੇ 36-37 ਦਿਨਾਂ ਤੋਂ ਬਹੁਤ ਹੀ ਪੀਸਫੁਲੀ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਆ ਔਰ ਬੜਾ ਸ਼ਾਂਤਮਈ ਇੱਥੇ ਧਰਨਾ ਲੱਗਾ ਹੋਇਆ ਆ। ਪਰ ਕੁਝ ਸਰਕਾਰ ਦੇ ਮੰਤਰੀ, ਸਾਬਕਾ ਮੰਤਰੀ ਇੱਕ ਬੜੀ ਉਤਸ਼ਾਹੂ ਜਿਹੜੀ ਆ ਬਿਆਨਬਾਜ਼ੀ ਦੇ ਕੇ ਸਾਡੇ ਨੌਜਵਾਨਾਂ ਨੂੰ ਭੜਕਾਹਟ ਦੇ ਵਿੱਚ ਲਿਆ ਰਹੇ ਆ। ਉਹਦਾ ਪ੍ਰਤੱਖ ਪ੍ਰਮਾਣ ਜਿਹੜਾ ਆ ਹੁਸ਼ਿਆਰਪੁਰ ਦੇ ਵਿੱਚ ਹੋਇਆ ਆ, ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਗੋਬਰ ਦੀ ਹੀ ਟਰਾਲੀ ਜਿਹੜੀ ਆ ਗੇਟ ਮੋਹਰੇ ਸਿੱਟੀ ਗਈ ਸੀ ਔਰ ਉਹਨਾਂ ਦੇ ਉੱਪਰ 307 ਤੇ 452 ਸੰਗੀਨ ਧਾਰਾਵਾਂ ਤਹਿਤ ਜਿਹੜਾ ਪਰਚਾ ਦਰਜ ਕਰ ਲਿਆ ਇਹਨਾਂ ਦੀ। ਮੈਂ ਇੱਥੇ ਨਿੰਦਾ ਕਰਦਾ ਹਾਂ ਕਿ ਇਹੋ ਜਿਹਾ ਐਡੇ ਵੱਡੇ ਕਤਲ ਦੇ ਪਰਚੇ ਦਰਜ ਕਰਨੇ ਬਹੁਤ ਹੀ ਜਿਹੜਾ ਇਹਨਾਂ ਵਾਸਤੇ ਘਟੀਆ ਕੰਮ ਆ। ਇੱਕ ਮੈਂ ਸੰਗਰੂਰ ਦੇ ਵਿੱਚ ਜਿਹੜਾ ਲਾਠੀ ਚਾਰਜ ਹੋਇਆ ਆ ਸਾਡੇ ਕਿਸਾਨ ਵੀਰਾਂ ਤੇ, ਉਹ ਵੀ ਬੜਾ ਇੱਕ ਮੰਦਭਾਗੀ ਘਟਨਾ ਆ। ਇੱਕ ਅਸੀਂ ਪਿੱਛੇ 1.5 ਮਹੀਨਾ ਪਹਿਲਾਂ ਪੰਜਾਬ ਸਰਕਾਰ ਨੂੰ ਇਹ ਗੰਨੇ ਦੇ ਰੇਟ ਪ੍ਰਤੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ। ਪੰਜਾਬ ਭਵਨ ਦੇ ਵਿੱਚ ਸਾਡੀ ਮੀਟਿੰਗ ਹੋਈ ਸੀ, ਸਾਰੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਸੀ ਔਰ ਉਸ ਵੇਲੇ ਗੰਨੇ ਦਾ ਰੇਟ ਵਧਾਉਣ ਵਾਸਤੇ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀ ਕਿ ਜਿਹੜਾ ਪੰਜਾਬ ਦਾ ਰੇਟ ਆ ਉਹ ਹਰਿਆਣੇ ਦੇ ਬਰਾਬਰ ਕੀਤਾ ਜਾਵੇ, ਕਿਉਂਕਿ ਗੰਨੇ ਦਾ ਰੇਟ ਪਿਛਲੇ 4 ਸਾਲਾਂ ਤੋਂ 310 ਰੁਪਏ ਪ੍ਰਤੀ ਕੁਇੰਟਲ ਤੇ ਹੀ ਅੜਿਆ ਹੋਇਆ ਆ। ਹਾਲਾਂਕਿ 1.5 ਮਹੀਨਾ ਹੋ ਗਿਆ ਹੁਣ ਮਿੱਲਾਂ ਚੱਲਦੀਆਂ ਨੂੰ ਵੀ, ਪਰੰਤੂ ਪੰਜਾਬ ਸਰਕਾਰ ਨੇ ਹਾਲੇ ਤੱਕ ਕੋਈ ਵੀ ਉਹ ਜਿਹੜਾ ਮੁੱਲ ਤੈਅ ਨਹੀਂ ਕੀਤਾ ਵਾਅਦਾ ਕਰਕੇ। ਔਰ ਉਸ ਦਿਨ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇੱਕ ਹਫ਼ਤੇ ਦੇ ਵਿੱਚ ਅਸੀਂ ਕਮੇਟੀ ਬਣਾ ਕੇ ਇਹਦਾ ਮੁੱਲ ਨਿਰਧਾਰਿਤ ਕਰਕੇ ਅਸੀਂ ਸਾਰੀਆਂ ਨੂੰ ਆਪਣੀਆਂ ਖੰਡ ਮਿੱਲਾਂ ਨੂੰ ਜਿਹੜਾ ਇਹ ਭੇਜ ਦੇਵਾਂਗੇ ਨੋਟੀਫਿਕੇਸ਼ਨ। ਪਰ ਅੱਜ ਤੱਕ ਜਿਹੜਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਇਹਦਾ ਗੰਨੇ ਦਾ ਰੇਟ ਜਲਦੀ ਤੋਂ ਜਲਦੀ ਵਧਾ ਕੇ ਇਹਨੂੰ ਭੇਜਿਆ ਜਾਵੇ। 350 ਰੁਪਏ ਜਿਹੜਾ ਗੰਨੇ ਦਾ ਰੇਟ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸੰਘਰਸ਼ ਹੋ ਰਿਹਾ, ਹੋ ਸਕਦਾ ਅਸੀਂ ਪੰਜਾਬ ਦੇ ਵਿੱਚ ਵੀ ਵੱਡੀ ਪੱਧਰ ਤੇ ਜਿਹੜਾ ਇਹ ਸੰਘਰਸ਼ ਕਰੀਏ। ਜਿਹੜੀ ਕੱਲ ਦੀ ਮੀਟਿੰਗ ਦੀ ਸਾਡੀ ਤਿਆਰੀ ਆ, ਮੇਨਲੀ ਜਿਹੜਾ ਹੈਗਾ ਅਸੀਂ ਜਿਹੜੇ ਬਿੱਲ ਨੇ ਉਹ ਤੇ ਫੋਕਸ ਆ ਤੇ ਉਹ ਵਾਪਸ ਕਰਾਉਣੇ ਤੇ ਰੱਦ ਕਰਾਉਣ ਤੱਕ ਇਸ ਗੱਲ ਜਾਰੀ ਰਹੂਗਾ। ਤੇ ਜਿਹੜਾ MSP ਦੇ ਉੱਤੇ ਜਿਹੜਾ ਕਾਨੂੰਨ ਬਣਾਉਣਾ ਉਹਦੇ ਤੇ ਮੀਟਿੰਗ ਹੈਗੀ ਆ। ਕੋਈ ਕੁਐਸਚਨਿੰਗ ਹੈਗੀ ਆ ਦੱਸੋ। ਕਾਦੀਆਂ ਸਾਹਿਬ, ਜਿਹੜਾ 6 ਤਰੀਕ ਨੂੰ ਤੁਸੀਂ ਟਰੈਕਟਰ ਮਾਰਚ ਕਰ ਰਹੇ ਹੋ, ਤੈਅ ਜਾਂ ਇਹਦੇ ਵਿੱਚ ਚੇਂਜਸ ਹੋ ਸਕਦੀਆਂ ਨੇ? ਨਹੀਂ, ਹਾਲੇ ਕੱਲ ਦੀ ਮੀਟਿੰਗ ਦੇਖਦੇ ਸਾਡਾ ਤੈਅ ਆ, ਪ੍ਰੋਗਰਾਮ ਦੇ ਚੁੱਕੇ ਆ, ਤਿਆਰੀ ਸਾਡੀ ਫੁੱਲ ਆ ਤੇ ਕੱਲ ਦੀ ਮੀਟਿੰਗ ਦੇਖਦੇ ਹਾਂ ਸਰਕਾਰ ਦਾ ਕੀ ਰਵੱਈਆ ਲੱਗਦਾ। ਇੱਕ ਇਹ ਮੰਗ ਆ ਰਹੀ ਹੈ ਕਿ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਕਰ ਰਹੇ ਹੋ, ਕੀ ਤੁਸੀਂ ਤਿਰੰਗੇ ਲਾ ਕੇ ਕਰਨਾ ਹੈ ਜਾਂ ਕਿਸਾਨੀ ਦੀ ਹਰੀ ਝੰਡੀ ਲਾ ਕੇ ਕਰਨਾ ਹੈ? ਹਰੀ ਝੰਡੀ ਵੀ ਤੇ ਤਿਰੰਗੇ ਵੀ। ਹਰੀ ਝੰਡੀ ਲੱਗੇ ਹੋਏ ਆ ਪਹਿਲਾਂ ਹੀ। ਉਹਦਾ 26 ਜਨਵਰੀ ਜਿਹੜਾ ਕਨਸਟੀਟਿਊਸ਼ਨ ਨੂੰ ਮੰਨਦੇ ਆ ਉਹ ਨਹੀਂ ਮੰਨਦੇ ਪਏ, ਜਿਹੜੇ ਸਟੇਟ ਦੇ ਹੈਗੇ ਆ ਹੱਕ ਉਹ ਨਹੀਂ ਦੇ ਰਹੇ ਫੈਡਰਲ ਢਾਂਚੇ ਦੇ ਵਿੱਚ, ਰੂਲਸ ਬਣਾਈ ਉਹਦੇ ਕਰਕੇ ਆ। ਥੋੜਾ ਕਲੀਅਰ ਕਰੋਗੇ ਕਿਵੇਂ ਦਾ ਪ੍ਰੋਟੈਸਟ ਹੋਊਗਾ ਜਿਹੜਾ 26 ਜਨਵਰੀ? ਇਹ ਤੁਹਾਨੂੰ ਅਗਲੇ ਮੀਟਿੰਗ 'ਚ ਕਲੀਅਰ ਕਰ ਦਾਂਗੇ ਸਰ। 26 ਜਨਵਰੀ ਬਹੁਤ ਦੂਰ ਆ, ਹਾਲੇ ਕੱਲ ਦੀ ਮੀਟਿੰਗ ਬਾਰੇ ਕੁਛ AMP ਤੱਕ ਕਿੱਥੇ ਤੱਕ ਜਾਣ ਦਾ ਪ੍ਰੋਗਰਾਮ ਹੈਗਾ, ਵੀ ਦੱਸ ਸਕਦੇ ਹੋ? ਕੱਲ ਦੱਸ ਇਹ ਵੀ ਪਰਸੋਂ ਤੁਹਾਡੀ PC ਗੱਲ ਕਰਦਾ। ਕੱਲ ਨੂੰ ਮੀਟਿੰਗ ਜਿਹੜੀ ਹੈਗੀ ਉਹ ਤੇ ਦੱਸਿਓ। ਸਰ ਇਹ ਪ੍ਰੋਗਰਾਮ ਕਲੀਅਰ ਹੋ ਚੁੱਕੇ ਆ, PCA ਦੀ ਹੋ ਚੁੱਕੀ ਹੈ ਦਿੱਲੀ। ਸਰ ਹਰਸਿਮਰਤ ਕੌਰ ਬਾਦਲ ਦਾ ਫਿਰ ਤੋਂ ਬਿਆਨ ਆਉਂਦਾ ਹੈ ਕਿ ਮੈਨੂੰ ਬਿਲਕੁਲ ਨਹੀਂ ਪਤਾ ਸੀ ਇਹ ਬਿੱਲ ਕਿਸਾਨਾਂ ਦੇ ਖਿਲਾਫ ਨੇ। ਫਿਰ ਤੋਂ ਦੁਬਾਰਾ ਤੋਂ ਜਿਹੜਾ ਹੈਗਾ ਪ੍ਰਤੀਕਰਮ ਆਇਆ ਹੈ, ਉਸ ਤੇ ਕੀ ਕਰਨਾ? ਇਹਨੂੰ ਹੁਣ ਪਤਾ ਲੱਗਿਆ ਹੋਣਾ ਵੀ ਸ਼ਾਇਦ ਬਿੱਲ ਗਲਤ ਸੀਗੇ, ਕਿਉਂਕਿ ਲੋਕ ਸਾਰੇ ਪੰਜਾਬ ਦੇ ਉੱਠ ਕੇ ਇੱਥੇ ਆ ਚੁੱਕੇ ਆ। ਇੱਕ ਵੀ ਜਗ੍ਹਾ ਸਾਈਨ ਨਹੀਂ ਕੀਤੇ ਕਹਿੰਦੇ। ਅੱਛਾ ਜੀ, ਹੁਣ ਸਾਈਨ ਦਾ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਕੀਤੇ ਨਹੀਂ ਕੀਤੇ, ਪਰ ਸਾਨੂੰ ਐਂ ਲੱਗਦਾ ਵੀ ਜਦੋਂ ਅਸੀਂ MLA MP ਜਿਤਾ ਕੇ ਭੇਜ ਦਿੰਦੇ ਆ ਕਿਸੇ ਨੂੰ, ਉਹਨਾਂ ਦੇ ਕੋਲੋਂ ਹੀ ਫਾਈਲਾਂ ਜਾਂਦੀਆਂ ਨੇ, ਉਹਨਾਂ ਨੂੰ ਆਹ ਫਾਈਲਾਂ ਦੇਖਣ ਵਾਸਤੇ ਹੀ ਭੇਜਦੇ ਆ। ਉੱਥੇ ਜੇ ਉਹਨਾਂ ਨੇ ਨਹੀਂ ਦੇਖੀਆਂ ਤਾਂ ਗਲਤ ਗੱਲ ਹੈ।
ਕਾਦੀਆਂ ਸਾਹਿਬ ਜਿਹੜੇ ਸ਼ਾਹਜਹਾਨਪੁਰ ਵਾਲੇ ਮੁੰਡੇ ਬੈਰੀਗੇਡ ਤੋੜ ਕੇ ਆਏ ਸੀਗੇ ਅੱਗੇ, ਅੱਜ ਦੁਬਾਰਾ ਜਿਨ੍ਹਾਂ ਤੇ ਫੇਰ ਲਾਠੀਚਾਰਜ ਹੋਇਆ, ਤਾਂ ਜਿਹੜੀਆਂ ਰਾਜਸਥਾਨ ਦੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਪਹਿਲਾਂ ਕਹਿਤਾ ਸੀਗਾ ਵੀ ਸਾਡਾ ਕੋਈ ਨਾਤਾ ਨਹੀਂ ਇਹਨਾਂ ਦੇ ਨਾਲ, ਇਹ ਮੁੰਡੇ ਆਪਣੇ ਆਪ ਗਏ ਨੇ, ਤਾਂ ਅੱਜ ਤੁਸੀਂ ਕੰਡੈਮ ਕਰ ਰਹੇ ਹੋ। ਉਸ ਦਿਨ ਤੁਹਾਡੀ ਜਥੇਬੰਦੀਆਂ ਕਹਿੰਦੀਆਂ ਨੇ ਕਿ ਸਾਡਾ ਨਾਤਾ ਨਹੀਂ, ਅੱਜ ਨਾਤਾ ਹੈਗਾ, ਉਦੋਂ ਨਹੀਂ ਸੀ। ਨਹੀਂ, ਉਹ ਸਾਡੇ ਜਥੇਬੰਦੀਆਂ ਨੇ ਪਹਿਲਾਂ ਵੀ ਆਏ ਨੇ, ਅਸੀਂ ਕਦੀ ਕੰਡੈਮ ਨਹੀਂ ਕੀਤਾ ਵੀ ਉਹ ਸਾਡੇ ਨਹੀਂ ਹੈਗੇ, ਨਾ ਕਿਸੇ ਜਥੇਬੰਦੀ ਨੇ ਕੀਤੀ। ਕਿਹਾ ਜੀ ਉਹਨਾਂ ਨੇ ਔਨ ਰਿਕਾਰਡ ਕਿਹਾ ਵੀ ਜਿਹੜੇ ਮੁੰਡੇ ਬੈਰੀਕੇਡ ਤੋੜ ਕੇ ਉੱਤੇ ਗਏ ਕਿਸੇ ਨੇ ਉਹ ਸਾਡੇ ਨਹੀਂ ਹੈਗੇ। ਉਹ ਕਿਸੇ ਨੇ ਕਹਾਤਾ ਹੋਣਾ, ਜਿਵੇਂ ਅੱਗੇ ਭਾਨੂ ਜੀ ਨੇ ਕਹਿਤਾ ਸੀਗਾ ਵੀ ਕੋਈ ਅਸੀਂ ਵੀ ਲੈਣੇ ਆ ਵਾਪਸ, ਵੀ ਸਾਨੂੰ ਲਾਓ ਚੰਗੇ ਨੇ, ਤੇ ਸਰਕਾਰਾਂ ਇਹੋ ਜਿਹਾ ਕੁਝ ਕਰਦੀਆਂ ਹੁੰਦੀਆਂ, ਜੇ ਅਸੀਂ ਕੰਪਲੇਂਟ ਕਰ ਰਹੇ ਹਾਂ ਵੀ ਸਾਡੀ ਜਥੇਬੰਦੀਆਂ ਦੇ ਬੰਦੇ। ਕੱਲ ਦੀ ਮੀਟਿੰਗ ਦੇ ਵਿੱਚ ਯੈਸ ਔਰ ਨੋ ਵਾਲੀ ਗੱਲਬਾਤ ਹੋਏਗੀ ਜਾਂ ਕੋਈ ਗੱਲਬਾਤ ਸਮਝਾਉਣ ਦੀ ਵੀ ਹੋਏਗੀ? ਨਹੀਂ, ਯੈਸ ਔਰ ਨੋ ਤੋਂ ਤਾਂ ਅੱਗੇ ਵੱਧ ਚੁੱਕੀ ਹੈ, ਅਸੀਂ ਤਾਂ ਕਹਿੰਦੇ ਕਾਨੂੰਨ ਵਾਪਸ ਲੈ ਲਓ। ਹੁਣ ਤਾਂ ਵਾਪਸ ਦੇਣੇ ਕਿਵੇਂ ਆ, ਕਾਨੂੰਨ ਕੀ ਪ੍ਰਕਿਰਿਆ ਕਰਨੀ ਹੈ, ਸਾਡੀ ਜਿਹੜੀ ਸਮਝ ਆ ਉਸ ਵਾਲੇ ਪਾਸੇ ਜਾ ਰਹੇ ਹਾਂ ਅਸੀਂ, ਵੀ ਕਾਨੂੰਨੀ ਪ੍ਰਕਿਰਿਆ ਕਿਵੇਂ ਕਰੋਗੇ ਇਹਨੂੰ ਵਾਪਸ ਕਰਨ ਦੀ। ਜੇ ਤੁਹਾਨੂੰ ਸਮਝਾਉਣਾ ਸ਼ੁਰੂ ਕਰਤਾ ਤੇ ਨਹੀਂ, ਸਮਝਾਉਣ ਤੋਂ ਅੱਗੇ ਗੱਲ ਚੱਲ ਚੁੱਕੀ ਹੈ ਜੀ, ਉਹਨਾਂ ਨੇ ਅੱਗੇ ਉਦੋਂ 2 ਬਿੱਲ ਜਿਹੜੇ ਕੋਆਰਡੀਨੈਂਸ ਸੀ ਉਹ ਮੰਨ ਚੁੱਕੇ ਨੇ, ਤੇ ਇਹ ਵੀ ਹੁਣ ਗੱਲ ਉਹ ਅੱਗੇ ਹੋਊਗੀ ਕਾਨੂੰਨੀ ਪ੍ਰਕਿਰਿਆ ਦੀ ਕਿਵੇਂ ਹੋਊਗੀ। 26 ਜਨਵਰੀ ਨੂੰ ਬਹੁਤ ਜ਼ਿਆਦਾ ਸਿਕਿਉਰਿਟੀ ਹੁੰਦੀ ਹੈ ਦਿੱਲੀ ਹਰ ਸਾਲ, ਤੇ ਇੰਨਾ ਵੱਡਾ ਟਰੈਕਟਰ ਮਾਰਚ ਅਗਰ ਕੱਢਿਆ ਜਾਵੇ ਤਾਂ ਕੋਈ ਕਲੈਸ਼ ਹੁੰਦਾ ਹੈ ਪੁਲਿਸ ਨਾਲ, ਡਿਸਪਲਿਨ ਕਿਵੇਂ ਮੇਨਟੇਨ ਹੋਏਗਾ? ਇਹ ਫਿਰ ਮੌਕੇ ਤੇ ਦੇਖਿਆ ਜਾਊਗਾ, ਸਰਕਾਰ ਨੇ ਸੋਚਣਾ ਇਹ ਗੱਲ ਤਾਂ, ਅਸੀਂ ਤਾਂ ਆਪਣੀ ਕਾਲ ਦੇਤੀ ਹੈ। ਕਾਦੀਆਂ ਸਾਹਿਬ, ਜਾਨਾਂ ਬਹੁਤ ਜਾ ਰਹੀਆਂ ਨੇ, ਅੱਜ ਇੱਕ ਮਤਲਬ ਕੈਮਰੇ ਤੇ ਹੀ ਜਾਨ ਚਲੀ ਗਈ ਇੱਕ ਬਜ਼ੁਰਗ ਦੀ, ਸ਼ਾਇਦ ਤੁਸੀਂ ਜੋ ਵੀਡੀਓ ਦੇਖੀ ਹੋਵੇ। ਕੁਝ ਕਰ ਰਹੇ ਹੋ ਠੰਡ ਤੋਂ ਬਚਾਉਣ ਲਈ, ਜਿਵੇਂ ਮੀਂਹ ਬਹੁਤ ਆ ਗਿਆ, ਬਾਰਿਸ਼ ਬਹੁਤ ਆ ਗਈ, ਕੋਈ ਪ੍ਰਬੰਧ ਹੋ ਰਹੇ ਨੇ? ਅਸੀਂ ਹੁਣ ਜਿਹੜਾ ਕਹਿੰਦੇ ਲਿਫਾਫੇ ਵਾਲੇ ਜਿਹੜੇ ਉੱਪਰ ਵਾਟਰਪ੍ਰੂਫ ਟੈਂਟਿੰਗ ਆ, ਉਹਦੀ ਅਸੀਂ ਹੁਣ ਅਰੇਂਜਮੈਂਟ ਕੀਤੀ ਆ। ਦੇਖੋ, ਅਸੀਂ ਸਰਕਾਰ ਦੇ ਬਰਾਬਰ ਤਾਂ ਹੈ ਨਹੀਂ, ਜਿੰਨੀ ਸਾਡੇ ਤੋਂ ਕੋਸ਼ਿਸ਼ ਹੋ ਰਹੀ ਹੈ ਅਸੀਂ ਪੂਰੀ ਅਰੇਂਜਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਰਜਾਈਆਂ ਦੀ, ਗੱਦਿਆਂ ਦੀ, 1000 ਲੇਡੀਜ਼ ਦਾ ਉੱਥੇ KFC ਦੇ ਪਿੱਛੇ ਅਰੇਂਜਮੈਂਟ ਕੀਤਾ, ਟੈਂਟਿੰਗ ਲਾ ਕੇ ਗੱਦੇ ਭੇਜੇ ਨੇ, ਤੇ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ। ਬਾਕੀ ਦੇਖੋ, ਅਫਸੋਸ ਤਾਂ ਹੁੰਦਾ ਹੀ ਹੈ ਜੇ ਸਾਡੇ ਕੋਈ ਬੰਦਾ ਇਸ ਘਰ 'ਚ ਆ ਰਿਹਾ ਤੇ ਉਹਦੀ ਜਾਨ ਜਾ ਰਹੀ ਹੈ, ਤੇ ਖਿਆਲ ਰੱਖਣ ਵਾਲੀ ਗੱਲ ਵੀ ਹੈ, ਤੇ ਠੰਡ ਵੀ ਵੱਧ ਰਹੀ ਹੈ, ਉਹਨੂੰ ਕੰਟਰੋਲ ਕਰ ਲਿਆ ਵੀ ਕਿਵੇਂ ਗਰਮ ਪਾਣੀ ਦਾ ਅਰੇਂਜਮੈਂਟ ਕੀਤਾ ਜਾਵੇ, ਕਿਵੇਂ ਉਹਨਾਂ ਨੂੰ ਗਰਮ ਪਾਣੀ ਸਵੇਰੇ ਪੀਤਾ ਜਾਵੇ, ਕਿਵੇਂ ਮੈਡੀਕਲੀ ਕਿਵੇਂ ਇਹਨਾਂ ਨੂੰ ਵਾਰਮ ਕਰ ਸਕਦੇ ਆ, ਉਹਦਾ ਪੂਰਾ ਅਰੇਂਜਮੈਂਟ ਹੁਣ ਕਰਦੀ ਅੱਜ ਵੀ ਇਹੀ ਗੱਲ ਹੋਈ ਹੈ, ਤੇ ਸਾਡੀ ਜਿਹੜੀ ਕਮੇਟੀ ਆ ਉਹ ਹੁਣ ਖਿਆਲ ਰੱਖੂਗੀ। 4 ਜਨਵਰੀ ਨੂੰ ਕੱਲ੍ਹ ਨੂੰ ਮੀਟਿੰਗ ਹੋਣੀ ਹੈ, ਦੁਬਾਰਾ ਫਿਰ ਮੀਟਿੰਗ ਚੱਲਦੀਆਂ ਰਹਿਣਗੀਆਂ, ਸੰਭਾਵਨਾ ਹੈ ਜਾਂ ਰੁਕੂ ਗੱਲ ਖੜੂ ਕਿਤੇ? ਇਹ ਸਰਕਾਰ ਦੀ ਮਰਜ਼ੀ ਹੈ ਜੀ, ਸਾਡੀ ਤਾਂ ਨਹੀਂ ਹੈਗੀ। ਇਸ ਤਰ੍ਹਾਂ ਸੰਘਰਸ਼ ਤੇ ਬੈਠੇ ਆ, 3 ਲੋ ਜਦ ਤੱਕ ਵਾਪਸ ਨਹੀਂ ਹੁੰਦੇ, ਸਾਨੂੰ 4 ਦੀ ਹੋਵੇ ਭਲਾ 14 ਦੀ ਹੋਵੇ, ਸਾਡਾ ਜਿਹੜਾ ਫੈਸਲਾ ਅਟਾਲਾ ਵੀ ਜਦ ਤੱਕ 3 ਲੋ ਵਾਪਸ ਨਹੀਂ ਹੁੰਦੇ, ਜਦ ਤੱਕ ਅਸੀਂ ਇਹ ਤੋਂ ਥੱਲੇ ਕੋਈ ਮੰਨ ਨਹੀਂ ਮੰਨਣਾ। ਅਗਰ ਕੱਲ ਦੀ ਮੀਟਿੰਗ 'ਚ ਵੀ ਕੋਈ ਸਿੱਟਾ ਨਹੀਂ ਨਿਕਲਦਾ ਤੇ ਅੱਗੇ ਮੀਟਿੰਗ ਜਾਰੀ ਰਹਿਣਗੀਆਂ ਅਗਰ ਉਹ ਬੁਲਾਉਂਦੇ ਨੇ? ਇਹ ਮੀਟਿੰਗ ਤੋਂ ਬਾਅਦ ਡਿਸਕਸ ਹੁੰਦਾ ਜੀ, ਸਾਡੀ ਯੈਸ ਔਰ ਨੋ ਤੇ ਅੜੀ ਆ, ਕਿਹੜੀ ਗੱਲ ਤੇ ਸਾਡੀ ਗੱਲ ਅੜ ਗਈ, ਉਹਦਾ ਮੀਟਿੰਗ ਕਰਾਂਗੇ। ਤੁਹਾਡੇ ਦੌਰਾਨ ਵੀ ਸਾਨੂੰ ਸਰਕਾਰਾਂ ਦੇਖ ਹੀ ਰਹੀਆਂ ਨੇ ਵੀ ਕਿੱਦਾਂ ਦਾ ਲੈ ਕੇ ਆ ਰਹੇ, ਅਸੀਂ ਤਾਂ ਸਿੱਧਾ ਕਹਿ ਰਹੇ ਹਾਂ ਵੀ ਜਦ ਕਾਨੂੰਨ ਵਾਪਸ ਲੈਣੇ ਆ, ਉਹਦੇ ਬਾਰੇ ਜੇ ਸਲਾਹ ਕਰਦੇ ਹੋ ਤੇ ਅਸੀਂ ਆ ਰਹੇ ਹਾਂ। ਤੇ ਸਾਡਾ ਜਿਹੜਾ 29 ਤਰੀਕ ਦੀ ਮੀਟਿੰਗ ਦਾ ਲੈਟਰ ਵੀ ਲਿਖ ਕੇ ਭੇਜੀ, ਉਹ ਵੀ ਇਹੀ ਲਿਖੀ ਸੀਗੀ, 4 ਏਜੰਡੇ ਸੀਗੇ, 2 ਪੂਰੇ ਹੋ ਗਏ, 2ਾਂ ਦੇ ਵਿੱਚ ਹੁਣ 3 ਕਾਨੂੰਨ ਨੇ ਪਹਿਲੇ ਦੇ ਵਿੱਚ, ਤੇ ਦੂਜਾ MSP, ਉਹ 'ਚ ਇਹ ਲਿਖਿਆ ਸੀਗਾ ਵੀ ਇਹ ਵਾਪਸ ਕਿਵੇਂ ਕੀਤੇ ਜਾਣਗੇ, ਇਹ ਤੇ ਡਿਸਕਸ਼ਨ ਹੋਣੀ ਹੈ। ਸਰ, ਉਹ ਵੀ ਹਜੇ ਰਿਟਰਨ 'ਚ ਨਹੀਂ ਮਿਲੇ, ਜਥੇਬੰਦੀਆਂ ਦਾ ਕਹਿਣਾ ਸੀਗਾ ਜਿਹੜਾ MSP ਦੇ ਪਰਾਲੀ ਤੇ ਗੱਲ ਹੋਈ ਔਰ ਬਿਜਲੀ ਐਕਟ ਤੇ ਉਹ ਗੱਲ ਪਹਿਲਾਂ ਚੱਕੀ ਜਾਵੇਗੀ ਕਿ ਰਿਟਰਨ 'ਚ ਮਿਲਣ। ਰਿਟਰਨ ਤੇ ਦੇਖੋ ਜਿੰਨੇ ਫੈਸਲੇ ਹੋਣਗੇ ਸਾਰੇ ਦੇ ਸਾਰੇ ਜਥੇਬੰਦੀਆਂ ਲੈ ਕੇ ਆਉਣਗੀਆਂ। ਠੀਕ ਹੈ ਜੀ। ਕੱਲ ਦੀ ਮੀਟਿੰਗ ਦੇ ਵਿੱਚ ਵੀ ਸਾਰੀ ਜਥੇਬੰਦੀਆਂ ਜਿਨ੍ਹਾਂ ਨੇ ਪਿਛਲੀ ਮੀਟਿੰਗ ਅਟੈਂਡ ਕੀਤੀ ਸੀ ਉਹੀ ਸਾਰੀ ਕਰਨਗੇ। 40 ਦੇ 40 ਜਥੇਬੰਦੀਆਂ ਜਾਣਗੀਆਂ। ਥੈਂਕ ਯੂ ਜੀ।